ਸਭ ਨੂੰ ਜੈ ਮਸੀਹ ਕੀ ਮਾਰਾਨਾਥਾ। मैं परमेश्वर का धन्यवाद करता हाँ कि उस सर्वशक्तिमान परमेश्वर ने एक बार फिर तो सानू मौका दिता है कि असीं परमेश्वर के वचनों को सीख सकीए। जिस तरह कि असीं पिछले दिनों तो परमेश्वर के वचन को सीखते आ रहे हैं, असीं एक विषय के बारे सीख रहे हैं और वो विषय है बाइबल की है। साडे इस वचन नूं सीखण दा यही कारण आ कि असी परमेश्वर के वचन नूं होर गहराई नाल जान सकीए और परमेश्वर का वचन जो पवित्र बाइबल आ उस दे बारे होर भी साडे अंदर भुख आवे, प्यास आवे और असी जान सकीए कि परमेश्वर का वचन साडे लई कितना जरूरी आ। जदों ਆਪਾਂ ਦੇਖਦੇ ਹਾਂ ਕਿ ਇਹਨਾਂ ਅੰਤ ਦੇ ਦਿਨਾਂ ਦੇ ਵਿੱਚ ਸਾਨੂੰ ਅਲੱਗ-ਅਲੱਗ ਤਰ੍ਹਾਂ ਦੇ ਲੋਕ ਮਿਲਦੇ ਆ ਜੋ ਬਹੁਤ ਜ਼ਿਆਦਾ ਆਰਾਧਨਾ ਕਰਨੀ ਪਸੰਦ ਕਰਦੇ ਆ, ਬਹੁਤ ਪ੍ਰਾਰਥਨਾ ਕਰਨੀ ਪਸੰਦ ਕਰਦੇ ਆ, ਪਰ ਸਾਨੂੰ ਪਰਮੇਸ਼ਰ ਦਾ ਵਚਨ ਸਿੱਖਣ ਵਾਲੇ ਜਾਂ ਵਚਨ ਦੀ ਗੱਲ ਕਰਨ ਵਾਲੇ ਲੋਕ ਬਹੁਤ ਘੱਟ ਮਿਲਦੇ ਆ। ਤਾਂ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿੱਖਿਆ ਸੀ कि वट इज द बाइबल, बाइबल की है, बाइबल परमेश्वर दा वचन है। ये बाइबल किसी धर्म की पुस्तक नहीं, पर ये वो वचन आ जो परमेश्वर दे मुंह दे विचों निकलिया है और ये जो वचन आ ये मेरे आत्मा दा भोजन है। उस दे नाल ही ਅਸੀਂ ਫਿਰ ਸਿੱਖਿਆ ਸੀ ਕਿ ਇਹ ਵਚਨ ਸ਼ੀਸ਼ੇ ਦੀ ਤਰ੍ਹਾਂ ਹੈ। ਪਰਮੇਸ਼ਰ ਦਾ ਵਚਨ ਇੱਕ ਸ਼ੀਸ਼ਾ ਹੈ ਜਿਸ ਦੇ ਵਿੱਚ ਮਨੁੱਖ ਆਪਣੇ ਅਸਲੀ ਰੂਪ ਨੂੰ ਦੇਖਦਾ ਹੈ। ਔਰ ਅੱਜ ਅਸੀਂ ਸਿੱਖਣ ਦੇ ਲਈ ਜਾ ਰਹੇ ਹਾਂ ਉਸ ਤੋਂ ਅਗਲੀ ਗੱਲ ਉਹ ਇਹ ਹੈ ਕਿ ਪਰਮੇਸ਼ਰ ਦਾ ਵਚਨ तलवार है। आइए असीं अपनी अखां नूं बंद करांगे और प्रार्थना करांगे। स्वर्ग पिता जी, तुहाडा धन्नवाद करदे हां कि तुसीं सानूं अपने कदमां 'च इकट्ठे होण दे लई मौका दिता। एक बार फिर तो असीं तुहाडा पवित्र वचन सीखण दे लई जा रहे हां। पिता जी, असीं बेनती करदे हां कि तुसीं अपने वचन दे द्वारा साडे नाल गल करो। बेनती प्रभु यीशु मसीह दे नाम 'च मंगदे हां, आमीन। आओ असीं परमेश्वर दे वचन दे विचों पढ़ांगे इब्रानियां दी पत्री 4 अध्याय उसदा 12 वचन। क्यों जो परमेश्वर दा वचन जिउंदा अते गुणकार अते हरेक दो धारी तलवार नालों तिखा है अते जीव अते आत्मा नूं और बंद ਅਤੇ ਗੁੱਦੇ ਨੂੰ ਅੱਡੋ ਅੱਡ ਕਰਕੇ ਵਿੰਨ ਸੁੱਟਦਾ ਹੈ ਅਤੇ ਮਨ ਦਿਆਂ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ। ਹਿੰਦੀ ਦੇ ਵਿੱਚ ਵੀ ਅਸੀਂ ਇਸ ਵਚਨ ਨੂੰ ਪੜ੍ਹ ਲਵਾਂਗੇ। क्योंकि परमेश्वर का वचन जीवित, प्रबल और हर एक दोधारी तलवार से भी बहुत जो तेज है, प्राण, आत्मा, गांठ गांठ और गुद्दे गुद्दे को अलग करके आर पार छेदता है और मन की भावनाओं और विचारों को जांचता है। परमेश्वर दे वचन दे विच इत्थे लिखिया आ कि परमेश्वर दा जो वचन आ वो जिउंदा वचन आ। जिवें कि आपां देखदे आ कि जदों आदम ने पाप कीता तो पाप करन दे कारण आदम मर गया, आत्मिक तौर ते मर गया। हुण जो मरिया इंसान आ उसनूं जीवन चाहिदा है। मनुख दे धर्म दे रीति रिवाज उसनूं जीवन नहीं दे सकदे, पर परमेश्वर दा जो वचन आ ये जिउंदा वचन जो जीवित वचन आ और गुणकार और हर एक दो धारी
ਤਲਵਾਰ ਦੇ ਨਾਲੋਂ ਵੀ ਬਹੁਤ ਚੋਖਾ ਆ। ਇਹ ਵਚਨ ਜੀਵਨ ਦਿੰਦਾ ਹੈ। ਅੱਜ ਆਪਾਂ ਦੇਖੀਏ ਤਾਂ ਇਸ ਸੰਸਾਰ ਦੇ ਵਿੱਚ ਤਲਵਾਰ ਦਾ ਇਸਤੇਮਾਲ ਲੋਕਾਂ ਨੂੰ ਮਾਰਨ ਦੇ ਲਈ ਕੀਤਾ ਜਾਂਦਾ ਹੈ, ਪਰ ਇਹ ਪਰਮੇਸ਼ਰ ਦਾ ਜੋ ਵਚਨ ਹੈ, ਪਰਮੇਸ਼ਰ ਦਾ ਜੋ ਜਿਉਂਦਾ ਵਚਨ ਹੈ, ਜੋ ਤਲਵਾਰ ਦੇ ਨਾਲੋਂ ਵੀ ਬਹੁਤ ਤੇਜ਼ ਆ, ਚੋਖਾ ਆ, ਇਹ ਮਰੇ ਹੋਏ ਵਿਅਕਤੀ ਨੂੰ ਜੀਵਨ ਦਿੰਦਾ ਹੈ। ਜਦ ਇਸ ਵਚਨ ਦਾ ਪ੍ਰਚਾਰ ਕੀਤਾ ਜਾਂਦਾ ਆ ਔਰ ਜੋ ਵੀ ਵਿਅਕਤੀ ਮਨ ਲਾ ਕੇ ਇਸ ਵਚਨ ਨੂੰ ਸੁਣਦਾ ਆ, ਚਾਹੇ ਉਹ ਪਾਪ ਦੇ ਵਿੱਚ ਮਰਿਆ ਵਿਅਕਤੀ ਕਿਉਂ ਨਾ ਹੋਵੇ, ਜਦ ਇਹ ਵਚਨ ਉਹਦੇ ਅੰਦਰ ਕੰਮ ਕਰਦਾ ਆ, ਇਹ ਸਰੀਰ, ਪ੍ਰਾਣ, ਆਤਮਾ ਨੂੰ ਅੱਡੋ ਅੱਡ ਕਰਕੇ ਵਿੰਨ ਸੁੱਟਦਾ ਆ ਔਰ ਮਨੁੱਖ ਨੂੰ ਪਹਿਚਾਣ ਆਉਂਦੀ ਆ ਕਿ ਮੈਂ ਪਾਪੀ ਆ। ਔਰ ਜਦ ਉਹ ਰੋਂਦੇ ਰੋਂਦੇ ਇਸ ਵਚਨ ਨੂੰ ਕਬੂਲ ਕਰਦਾ ਆ, ਇਹ ਵਚਨ ਉਸ ਨੂੰ ਜੀਵਨ ਦੇ ਦਿੰਦਾ ਆ। ਦੁਨੀਆ ਦੀ ਤਲਵਾਰ ਮਨੁੱਖ ਨੂੰ ਮੌਤ ਦਿੰਦੀ ਆ, ਪਰ ਪਰਮੇਸ਼ਰ ਦਾ ਵਚਨ ਜੋ ਤਲਵਾਰ ਆ, ਇਹ ਮਨੁੱਖ ਨੂੰ ਜੀਵਨ ਦਿੰਦਾ ਆ। ਤੇ ਪ੍ਰਭੂ ਦੇ ਨਾਮ ਦੀ ਤਾਰੀਫ ਹੋਵੇ। ਅੱਜ ਜੋ ਅਸੀਂ ਵਚਨ ਸਿੱਖ ਰਹੇ ਹਾਂ, ਪਰਮੇਸ਼ਰ ਦਾ ਵਚਨ ਇੱਕ ਤਲਵਾਰ ਆ। ਮੇਰੇ ਪਿਆਰਿਓ, ਪਰਮੇਸ਼ਰ ਦੇ ਵਚਨ ਦੇ ਵਿੱਚ ਇੱਕ ਵਿਸ਼ਵਾਸੀ ਨੂੰ ਬਹੁਤ ਸਾਰੇ ਨਾਮ ਦਿੱਤੇ ਗਏ ਆ ਔਰ ਉਹਨਾਂ ਨਾਮਾਂ ਦੇ ਵਿੱਚੋਂ ਇੱਕ ਨਾਮ ਆ ਕਿ ਇੱਕ ਵਿਸ਼ਵਾਸੀ ਪ੍ਰਭੂ ਦਾ ਸਿਪਾਹੀ ਆ। ਜਦੋਂ ਅਸੀਂ ਪ੍ਰਭੂ ਦੇ ਦਾਸ ਪੌਲਸ ਦੀਆਂ ਪੱਤਰੀਆਂ ਨੂੰ ਪੜ੍ਹਦੇ ਹਾਂ ਤਾਂ ਪ੍ਰਭੂ ਦਾ ਦਾਸ ਪੌਲਸ ਬੋਲਦਾ ਆ ਕਿ ਮੈਂ ਅੱਛੀ ਲੜਾਈ ਲੜ ਚੁੱਕਾ ਹਾਂ। ਇੱਕ ਵਿਸ਼ਵਾਸੀ ਨੇ ਇੱਕ ਆਤਮਿਕ ਲੜਾਈ ਨੂੰ ਲੜਨਾ ਹੈ ਔਰ ਉਹ ਜੋ ਉਸ ਦੀ ਲੜਾਈ ਆ, ਉਹ ਲੜਾਈ ਸੰਸਾਰ ਦੇ ਲੋਕਾਂ ਦੇ ਨਾਲ ਨਹੀਂ ਹੈਗੀ। ਪ੍ਰਭੂ ਦਾ ਦਾਸ ਲਿਖਦਾ ਆ ਕਿ ਸਾਡੀ ਲੜਾਈ ਲਹੂ ਤੇ ਮਾਸ ਨਾਲ ਨਹੀਂ। ਦੁਨੀਆ ਦੇ ਉੱਪਰ ਆਪਾਂ ਲੋਕਾਂ ਨੂੰ ਜਦ ਦੇਖਦੇ ਆ ਤਾਂ ਮਨੁੱਖ ਦੇ ਨਾਲ ਲੜਦੇ ਆ, ਪਰ ਜੋ ਪ੍ਰਭੂ ਦਾ ਇੱਕ ਯੋਧਾ ਆ, ਉਸ ਦੀ ਲੜਾਈ ਮਨੁੱਖ ਦੇ ਨਾਲ ਨਹੀਂ, ਉਸ ਦੀ ਲੜਾਈ ਆਤਮਿਕ ਲੜਾਈ ਆ। ਔਰ ਪ੍ਰਭੂ ਦਾ ਦਾਸ ਪੌਲਸ ਤਮੋਥਿਉਸ ਨੂੰ ਵੀ ਇੱਕ ਯੋਧੇ ਦੀ ਤਰ੍ਹਾਂ ਦੇਖਦਾ ਆ, ਇੱਕ ਸਿਪਾਹੀ ਦੀ ਤਰ੍ਹਾਂ ਦੇਖਦਾ ਆ ਔਰ ਉਸ ਨੂੰ ਵੀ ਲਿਖਦਾ ਆ, ਤੂੰ ਇੱਕ ਚੰਗੇ ਸਿਪਾਹੀ ਦੀ ਤਰ੍ਹਾਂ ਮੇਰੇ ਨਾਲ ਦੁੱਖ ਚੱਲ। तो जद एक सिपाही का नाम दिता गया है तो इस सिपाही का हथियार की है और वो हथियार है परमेश्वर दा वचन। ये वचन तलवार है जो हर एक विश्वासी दे कोल होनी है और ये तलवार काम किवें करदी है। जद एक व्यक्ति इस वचन को पढ़ता है और ये वचन ये तलवार सब तो पहला तो ओदे जीवन च ही काम करदी है, उसनू कटदी आ, उसनू जीवन दिंदी आ। उस तो बाद वो व्यक्ति जद इन्हां वचनों को अपने जीवन च लागू करके जद इन्हां वचनों का प्रचार करदा है तद ये तलवार दूसरे लोगों के जीवन दे विच भी काम करती है। और इस तो इलावा जो उसका दुश्मन शैतान है, शैतान दे नाल लड़न दे लई भी एक बहुत मजबूत और परमेश्वर दे वल्लों दिता गया हथियार है। आओ प्रभु दे वचन दे विचों आपां पढ़दे हां अफसियां दी पत्री 6 अध्याय उसका 12 वचन में पढ़दा है। क्यों जो साडी लड़ाई लहू अते मास नाल नहीं सगों हुकूमतां इख्तियारां अते इस अंधकोर दे महाराजियां अते दुष्ट आत्मावां नाल हुंदी है जो सुरगी थावां विच हन। इस कारण तुसीं परमेश्वर दे सारे शस्त्र वस्त्र लै लवो भई तुसीं बुरे दिन विच सामना कर सको अते सब कुछ मका के खड़ो सको। प्रभु दा दास पौलस इत्थे लिखदा है कि साडी जो लड़ाई आ वो लहू ते मास नाल नहीं हैगी, जिस दा मतलब कि साडी किसी मनुख दे नाल कोई लड़ाई
ਨਹੀਂ, ਪਰ ਸਾਡੀ ਲੜਾਈ ਅੰਧਕਾਰ ਦੀਆਂ ਸ਼ਕਤੀਆਂ ਦੇ ਨਾਲ, ਸ਼ੈਤਾਨੀ ਆਤਮਾਵਾਂ ਦੇ ਨਾਲ। ਔਰ ਇਸ ਦੇ ਲਈ ਤੁਸੀਂ ਸਾਰੇ ਸ਼ਸਤਰ, ਹਥਿਆਰ, ਬਸਤਰ ਲੈ ਲਵੋ, ਤਾਂ ਜੋ ਭਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਤੇ ਸਭ ਕੁਝ ਮੁਕਾ ਕੇ ਖਲੋ ਸਕੋ। ਸੋ ਤੁਸੀਂ ਆਪਣੀ ਕਮਰ ਸੱਚਾਈ ਨਾਲ ਕੱਸ ਕੇ ਅਤੇ ਧਰਮ ਦੀ ਸੰਜੋ ਪਹਿਨ ਕੇ ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀ ਪਾ ਕੇ ਖਲੋ ਜਾਓ ਅਤੇ ਉਹਨਾਂ ਸਭਨਾ ਸਣੇ ਨੇਚਾ ਦੀ ਢਾਲ ਲਓ, ਜਿਹਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨ ਬਾਣਾਂ ਨੂੰ ਬੁਝਾ ਸਕੋਗੇ। ਇੱਥੇ ਇੱਕ ਪ੍ਰਭੂ ਦੇ ਸਿਪਾਹੀ ਦੇ ਸਾਰੇ ਹਥਿਆਰ ਦੱਸੇ ਗਏ ਆ, ਕਿਹੜੇ ਕਿਹੜੇ ਹਥਿਆਰ ਉਹਦੇ ਕੋਲ ਹੋਣੇ ਚਾਹੀਦੇ ਆ। ਨੇਚਾ ਦੀ ਢਾਲ, ਮੁਕਤੀ ਦਾ ਟੋਪ। ਢਾਲ ਇੱਕ ਸਿਪਾਹੀ ਦੇ ਕੋਲ ਹੋਣੀ ਆ, ਔਰ ਉਹ ਢਾਲ ਇਸ ਲਈ ਹੋਗੀ ਕਿ ਸ਼ੈਤਾਨ ਦੇ ਜੋ ਅਗਨ ਬਾਣ ਆ, ਉਹਨਾਂ ਅਗਨ ਬਾਣਾਂ ਨੂੰ ਬੁਝਾ ਸਕੇ। ਪਰ ਜੇਕਰ ਉਸ ਤੇ ਹਮਲਾ ਕਰਨਾ ਆ ਤਾਂ ਹਮਲਾ ਕਰਨ ਦੇ ਲਈ ਲਿਖਿਆ ਆ, ਅਤੇ ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਜੋ ਪਰਮੇਸ਼ਰ ਦੀ ਬਾਣੀ ਹੈ ਲੈ ਲਵੋ। ਆਤਮਾ ਦੀ ਤਲਵਾਰ ਜੋ ਪਰਮੇਸ਼ਰ ਦੀ ਬਾਣੀ ਹੈ। तो परमेश्वर दी बाणी ही एक ऐसा हथियार आ जो शैतान नूं हराउंदा है। अज आपां सोशल मीडिया ते बहुत सारे सेवकां नूं शैतान दे नाल लड़दे होए देखदे आ, पर वो अपनी बुद्धि दे नाल बहस करदे आ। अपनी दिमाग दे नाल, बुद्धि दे नाल बहस करन दे नाल शैतान नहीं हारदा। शैतान ने हारना आ तो एक ही हथियार आ, और वो हथियार आ परमेश्वर दा वचन जो तलवार आ। शैतान नूं प्रभु यीशु ने हराया है, और प्रभु यीशु ने शैतान नूं भी इस वचन दे नाल हराया है, इस तलवार दे नाल हराया है। आओ आपां परमेश्वर दे वचन दे विचों प्रभु यीशु दे नाल जो शैतान दी एक लड़ाई होई आ उस दे बारे देखदे हां। मत्ती दी अंजील 4 अध्याय उसदा 1 वचन मैं पढ़दा हां। तद यीशु आत्मा दी अगवाई नाल उजाड़ विच गया, पई शैतान कोलों परताया जावे, ਅਤੇ ਜਾਂ 40 ਦਿਨ ਅਤੇ 40 ਰਾਤ ਵਰਤ ਰੱਖਿਆ ਤਾਂ ਉੜਕ ਉਹਨੂੰ ਭੁੱਖ ਲੱਗੀ। ਤਦ ਪਰਤਾਉਣ ਵਾਲੇ ਨੇ ਕੋਲ ਆਣ ਕੇ ਉਹਨੂੰ ਕਿਹਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਕਹਿ ਜੋ ਇਹ ਪੱਥਰ ਰੋਟੀਆਂ ਬਣ ਜਾਣ। ਪਰ ਉਹਨੇ ਉੱਤਰ ਦਿੱਤਾ, ਲਿਖਿਆ ਹੈ ਭਾਈ ਇਨਸਾਨ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ਰ ਦੇ ਮੁਖੋਂ ਨਿਕਲਦਾ ਹੈ। प्रभु यीशु 40 दिन भुखे रहे। तद परताउण वाला शैतान प्रभु यीशु दे कोल आया और आन के प्रभु यीशु नूं आख्या कि जे तू परमेश्वर दा पुत्तर है ते इन्हां पत्थरां नूं कह कि रोटियां बन जाण। तां प्रभु यीशु ने उस नूं जवाब दिता, लिखिया है। इस वचन दी तलवार प्रभु यीशु ने चलाई। प्रभु यीशु ने कोई भी बहस उस समय शैतान दे नाल नहीं कीती। 40 दिन प्रभु यीशु भुखे रहे आ। इन्हां 40 दिनां दे विच भी प्रभु यीशु परमेश्वर दे वचन ते मनन कर रहे हैं, और प्रभु यीशु ने उन्होंने आख्या कि लिखिया है भाई इंसान निरी रोटी नाल ही जिउंदा नहीं रहेगा, पर हरेक वाक नाल जिहड़ा परमेश्वर दे मुखों निकलदा है। तो ये तलवार प्रभु यीशु ने चलाई। तद शैतान ने देखा कि प्रभु यीशु वचन दे विचों गल कर रहे हैं। तद उसने की आख्या, उसने दूजी बार प्रभु यीशु ने बोलिया। फिर शैतान उन्होंने पवित्र शहर विच नाल लै गया अते हैकल दे किंगरे उत्ते खड़ा करके उन्होंने कहा, जे तू परमेश्वर दा पुत्र है तां अपने आप नूं हेठां डेग दे, क्यों जो लिखिया है। शैतान ने जदों प्रभु यीशु नाल गल कीती तद उन्होंने पता लगा कि प्रभु यीशु वचन चों गल कर रहा है। तद उसने भी वचन दे विचों गल की और उसने आख्या, क्यों जो लिखिया है कि वो अपने दूतां नूं तेरे लिए हुक्म देवेगा, वो तेनों हत्थां ते चुक लैणगे, मते पत्थर नाल तेरे पैर नूं सट लगे। उसने प्रभु यीशु नूं वचन बोलिया,
ਫਿਰ ਪ੍ਰਭੂ ਯੀਸ਼ੂ ਨੇ ਅੱਗੋਂ ਜਵਾਬ ਦਿੱਤਾ। ਯੀਸ਼ੂ ਨੇ ਉਸ ਨੂੰ ਆਖਿਆ, ਇਹ ਵੀ ਲਿਖਿਆ ਹੈ, ਇਹ ਵੀ ਲਿਖਿਆ ਹੈ। ਸ਼ੈਤਾਨ ਨੇ ਬੋਲਿਆ ਲਿਖਿਆ ਹੈ, ਤਦ ਪ੍ਰਭੂ ਯੀਸ਼ੂ ਨੇ ਆਖਿਆ ਇਹ ਵੀ ਲਿਖਿਆ ਹੈ। ਬਹੁਤ ਵਾਰ ਲੋਕ ਇੱਕ ਵਚਨ ਨੂੰ ਪੜ੍ਹ ਕੇ ਉਪਦੇਸ਼ ਬਣਾ ਲੈਂਦੇ ਆ। ਇੱਕ ਵਚਨ ਦੇ ਨਾਲ ਉਪਦੇਸ਼ ਨਹੀਂ ਬਣਦਾ। ਸ਼ੈਤਾਨ ਪ੍ਰਭੂ ਯੀਸ਼ੂ ਦੇ ਕੋਲ ਵੀ ਵਚਨ ਲੈ ਕੇ ਆਇਆ, ਪਰ ਪ੍ਰਭੂ ਯੀਸ਼ੂ ਨੇ ਉਸ ਦਾ ਜਵਾਬ ਦਿੱਤਾ, ਇਹ ਵੀ ਲਿਖਿਆ ਹੈ। ਜੇਕਰ ਅਸੀਂ ਇਸ ਤਰ੍ਹਾਂ ਜਿਵੇਂ ਪ੍ਰਭੂ ਯੀਸ਼ੂ ਨੇ ਸ਼ੈਤਾਨ ਨੂੰ ਹਰਾਇਆ, ਗਲਤ ਉਪਦੇਸ਼ ਜੋ ਫੈਲਿਆ ਆ ਉਸ ਨੂੰ ਹਰਾਉਣਾ ਆ, ਤਾਂ ਪ੍ਰਭੂ ਯੀਸ਼ੂ ਦੀ ਤਰ੍ਹਾਂ ਅਸੀਂ ਬੋਲਣਾ ਆ, ਇਹ ਵੀ ਲਿਖਿਆ ਹੈ। ਔਰ ਇਹ ਵੀ ਲਿਖਿਆ ਹੈ ਜੇਕਰ ਅਸੀਂ ਬੋਲਣਾ ਆ ਤਾਂ ਉਸ ਤੋਂ ਪਹਿਲਾਂ ਪਰਮੇਸ਼ਰ ਦੇ ਵਚਨ ਨੂੰ ਪੜ੍ਹਨਾ ਪਵੇਗਾ, ਫਿਰ ਪੜ੍ਹਨਾ ਪਵੇਗਾ, ਫਿਰ ਪੜ੍ਹਨਾ ਪਵੇਗਾ, ਦੁਬਾਰਾ ਇਸ ਦੀ ਸਟੱਡੀ ਕਰਨੀ ਹੋਗੀ। ਪ੍ਰਭੂ ਯੀਸ਼ੂ ਨੇ ਇਸ ਤਰ੍ਹਾਂ ਸ਼ੈਤਾਨ ਨੂੰ ਹਰਾਇਆ। ਤਦ ਵੀ ਸ਼ੈਤਾਨ ਨੇ ਕੀ ਕੀਤਾ? 8 ਵਚਨ ਮੈਂ ਪੜ੍ਹਦਾ ਹਾਂ। ਫਿਰ ਸ਼ੈਤਾਨ ਉਹਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਤੇ ਉਹਨਾਂ ਦਾ ਜਲੋਨ ਨੂੰ ਵਿਖਾਇਆ ਅਤੇ ਉਹਨੂੰ ਕਿਹਾ, ਜੇ ਤੂੰ ਨਿਉ ਕੇ ਮੈਨੂੰ ਮੱਥਾ ਟੇਕੇ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ। ਤਦੋਂ ਯੀਸ਼ੂ ਨੇ ਉਹਨੂੰ ਕਿਹਾ, ਹੇ ਸ਼ੈਤਾਨ, ਚਲਿਆ ਜਾ, ਕਿਉਂ ਜੋ ਲਿਖਿਆ ਹੈ, ਭਾਈ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ। ਤਦ ਸ਼ੈਤਾਨ ਉਹਨੂੰ ਛੱਡ ਕੇ ਚਲਿਆ ਗਿਆ ਅਤੇ ਵੇਖੋ ਦੂਤ ਕੋਲ ਆਣ ਕੇ ਉਹਦੀ ਟਹਿਲ ਕਰਨ ਲੱਗੇ। ਪ੍ਰਭੂ ਯੀਸ਼ੂ ਨੇ ਸ਼ੈਤਾਨ ਦੇ ਹਰ ਹਮਲੇ ਦਾ ਜਵਾਬ ਇਸ ਵਚਨ ਦੇ ਨਾਲ ਦਿੱਤਾ, ਤਲਵਾਰ ਦੇ ਨਾਲ ਦਿੱਤਾ। ਔਰ ਪਰਮੇਸ਼ਰ ਦਾ ਵਚਨ ਕਹਿੰਦਾ ਆ, ਸ਼ੈਤਾਨ ਉਹਨੂੰ ਛੱਡ ਕੇ ਚਲਿਆ ਗਿਆ। ਜੇਕਰ ਅਸੀਂ ਸ਼ੈਤਾਨ ਨੂੰ ਹਰਾਉਣਾ ਆ ਤਾਂ ਸਾਡੇ ਮੂੰਹ ਦੇ ਵਿੱਚੋਂ ਪਰਮੇਸ਼ਰ ਦਾ ਵਚਨ ਜੋ ਤਲਵਾਰ ਆ ਇਹ ਨਿਕਲਣਾ ਆ। ਜੋ ਪ੍ਰੀਖਿਆ ਪ੍ਰਭੂ ਯੀਸ਼ੂ ਦੇ ਉੱਪਰ ਆਈ, ਇਹੀ ਪ੍ਰੀਖਿਆ ਆਦਮ ਔਰ ਹਵਾ ਦੇ ਉੱਪਰ ਵੀ ਆਈ ਸੀ। ਜੋ ਪ੍ਰੀਖਿਆ ਦੂਸਰੇ ਆਦਮ ਦੇ ਉੱਪਰ ਆਈ, ਇਹੀ ਪ੍ਰੀਖਿਆ ਪਹਿਲੇ ਆਦਮ ਦੇ ਉੱਪਰ ਆਈ। ਔਰ ਇਹੀ ਪ੍ਰੀਖਿਆ ਹਰ ਇੱਕ ਵਿਸ਼ਵਾਸੀ ਦੇ ਜੀਵਨ ਚ ਆਉਂਦੀ ਹੈ। 3 ਗੱਲਾਂ ਦੇ ਇੱਥੇ ਜ਼ਿਕਰ ਆ। ਪਹਿਲੀ ਜੋ ਪ੍ਰੀਖਿਆ, ਪੱਥਰਾਂ ਨੂੰ ਕਹਿ ਕੇ ਰੋਟੀਆਂ ਬਣ ਜਾਣ, ਸਰੀਰ ਦੀ ਕਾਮਨਾ। ਦੂਸਰੀ ਪ੍ਰੀਖਿਆ, ਸਾਰੀ ਪਾਤਸ਼ਾਹੀ ਔਰ ਜਲੋਸ ਨੂੰ ਵਿਖਾਇਆ, ਨੇਤਰਾਂ ਦੀ ਕਾਮਨਾ। ਔਰ ਤੀਸਰੀ, ਤੂੰ ਆਪਣੇ ਆਪ ਨੂੰ ਹੇਠਾਂ ਸੁੱਟ ਦੇ, ਜੀਵਕਾ ਦਾ ਕਮਾਂਡ। ਔਰ ਇਹ ਪ੍ਰੀਖਿਆਵਾਂ ਪ੍ਰਭੂ ਯੀਸ਼ੂ ਦੇ ਉੱਪਰ ਆਈਆਂ ਔਰ ਇਹੀ ਪ੍ਰੀਖਿਆ ਆਦਮ ਔਰ ਹਵਾ ਦੇ ਉੱਪਰ ਵੀ ਆਈ। ਔਰ ਉਸ ਦੇ ਬਾਰੇ ਲਿਖਿਆ ਆ ਕਿ ਜਦ ਹਵਾ ਨੇ ਵੇਖਿਆ ਕਿ ਉਹ ਫਲ ਖਾਣ ਦੇ ਲਈ ਚੰਗਾ ਹੈ, ਸਰੀਰ ਦੀ ਕਾਮਨਾ, ਵੇਖਣ ਦੇ ਲਈ ਸੋਹਣਾ ਹੈ, ਨੇਤਰਾਂ ਦੀ ਕਾਮਨਾ, ਔਰ ਬੁੱਧੀ ਦੇਣ ਲਈ ਲੋੜੀਦਾ ਹੈ, ਜੀਵਕਾ ਦਾ ਕਮਾਂਡ। ਪਰ ਆਪਾਂ ਦੇਖਦੇ ਹਾਂ ਪ੍ਰਭੂ ਯੀਸ਼ੂ ਲੜਾਈ ਨੂੰ ਜਿੱਤ ਗਿਆ, ਪਰ ਆਦਮ ਔਰ ਹਵਾ ਹਾਰ ਗਿਆ। ਕਿਉਂ? ਕਿਉਂਕਿ ਦੂਸਰਾ ਆਦਮ ਪਰਮੇਸ਼ਰ ਦੇ ਵਚਨ ਤੇ ਖੜਾ ਹੋ ਕੇ ਵਚਨ ਦੀ ਤਲਵਾਰ ਦੇ ਨਾਲ ਸਾਹਮਣਾ ਕੀਤਾ ਆ, ਪਰ ਪਹਿਲੇ ਔਰ ਆਦਮ ਔਰ ਹਵਾ ਨੇ ਪਰਮੇਸ਼ਰ ਦੇ ਵਚਨ ਦਾ ਆਗਿਆ ਪਾਲਣ ਨਹੀਂ ਕੀਤਾ। ਇਸ ਲਈ ਹਵਾ ਔਰ ਆਦਮ ਹਾਰ ਗਏ, ਪਰ ਇਹ ਦੂਸਰਾ ਆਦਮ ਜੈਵੰਤ ਹੋਇਆ ਆ। ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਸਰੀਰ ਦੀ ਕਾਮਨਾ, ਨੇਤਰਾਂ ਦੀ ਕਾਮਨਾ, ਜੀਵਕਾ ਦਾ ਕਮੰਡ ਉੱਪਰ ਜਿੱਤ ਪਾਉਣੀ ਆ ਤਾਂ ਪਰਮੇਸ਼ਰ ਦੇ ਵਚਨ ਦੀ ਤਲਵਾਰ ਸਾਡੇ ਕੋਲ ਹੋਣੀ ਆ। ਪਰਮੇਸ਼ਰ ਦੇ ਵਚਨ ਦੇ ਵਿੱਚੋਂ ਆਪਾਂ ਪੜ੍ਹਦੇ ਹਾਂ ਪ੍ਰਕਾਸ਼ ਦੀ ਪੋਥੀ 2 ਅਧਿਆਏ ਉਸ ਦਾ 12 ਵਚਨ। ਪਰਗਮਮ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ, ਭਾਈ ਜਿਹਦੇ ਕੋਲ 2 ਧਾਰੀ ਤਿੱਖੀ ਤਲਵਾਰ ਹੈ, ਉਹ ਇਹ ਆਖਦਾ ਹੈ। ਪ੍ਰਕਾਸ਼ ਦੀ ਪੋਥੀ ਦੇ ਵਿੱਚ ਆਪਾਂ 7 ਕਲੀਸਿਆਵਾਂ ਦੇ ਲਈ ਜੋ ਸੰਦੇਸ਼ ਆ ਉਸ ਨੂੰ ਪੜ੍ਹਦੇ ਹਾਂ। ਜਦੋਂ ਇੱਥੇ ਪਰਗਮਮ ਦੀ ਕਲੀਸਿਆ ਦੇ ਦੂਤ ਨੂੰ ਜੋ ਸੰਦੇਸ਼ ਆ ਉਹ ਲਿਖਿਆ ਗਿਆ ਆ, ਤਾਂ ਉਸ ਦੀ ਸ਼ੁਰੂਆਤ ਇਸ ਤਰ੍ਹਾਂ ਕੀਤੀ ਗਈ ਆ ਕਿ ਪਰਗਮਮ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ, ਭਾਈ ਜਿਹਦੇ ਕੋਲ 2 ਧਾਰੀ
ਤਿੱਖੀ ਤਲਵਾਰ ਹੈ। ਇਹ ਦੋ ਧਾਰੀ ਤਿੱਖੀ ਤਲਵਾਰ ਕੀ ਆ? ਪਰਮੇਸ਼ਰ ਦਾ ਵਚਨ। ਉਹ ਇਹ ਆਖਦਾ ਹੈ, ਮੈਂ ਜਾਣਦਾ ਹਾਂ ਤੂੰ ਉੱਥੇ ਵਸਦਾ ਹੈ ਜਿੱਥੇ ਸ਼ੈਤਾਨ ਦੀ ਗੱਦੀ ਹੈ, ਅਤੇ ਤੂੰ ਤਕੜਾਈ ਨਾਲ ਮੇਰਾ ਨਾਮ ਫੜੀ ਰੱਖਦਾ ਹੈ। ਜਦੋਂ ਪਰਗਮੁਮ ਦੀ ਕਲੀਸਿਆ ਦੇ ਦੂਤ ਨੂੰ ਵਚਨ ਲਿਖਿਆ ਜਾ ਰਿਹਾ ਹੈ ਤਾਂ ਉਸ ਨੂੰ ਲਿਖਿਆ ਜਾ ਰਿਹਾ, ਤੂੰ ਉੱਥੇ ਵਸਦਾ ਆ ਜਿੱਥੇ ਸ਼ੈਤਾਨ ਦੀ ਗੱਦੀ ਆ। ਔਰ ਤੈਨੂੰ ਬੋਲ ਕੌਣ ਰਿਹਾ ਆ? ਜਿਹਦੇ ਮੂੰਹ ਦੇ ਵਿੱਚ ਦੋ ਧਾਰੀ ਤਿੱਖੀ ਤਲਵਾਰ ਆ। 16 ਵਚਨ ਮੈਂ ਪੜ੍ਹਦਾ ਆ, ਇਸ ਲਈ ਤੌਬਾ ਕਰ, ਨਹੀਂ ਤਾਂ ਮੈਂ ਤੇਰੇ ਕੋਲ ਛੇਤੀ ਆਵਾਂਗਾ ਅਤੇ ਉਹਨਾਂ ਨਾਲ ਆਪਣੇ ਮੂੰਹ ਦੀ ਤਲਵਾਰ ਦੇ ਨਾਲ ਲੜਾਂਗਾ। ਪ੍ਰਭੂ ਯੀਸ਼ੂ ਸ਼ੈਤਾਨ ਦੇ ਨਾਲ ਕਿਵੇਂ ਲੜਨਗੇ? ਆਪਣੇ ਮੂੰਹ ਦੀ ਤਲਵਾਰ ਦੇ ਨਾਲ। ਤਾਂ ਪਰਮੇਸ਼ਰ ਦਾ ਵਚਨ ਤਲਵਾਰ ਆ, ਪ੍ਰਭੂ ਦੀ ਸਿਪਾਹੀ ਦਾ ਹਥਿਆਰ ਪਰਮੇਸ਼ਰ ਦਾ ਵਚਨ ਆ। ਔਰ ਇਸ ਤਲਵਾਰ ਦੇ ਨਾਲ ਆਪਾਂ ਅੰਧਕਾਰ ਦੀਆਂ ਸ਼ਕਤੀਆਂ ਨੂੰ ਹਰਾਉਣਾ ਹੈ। ਪ੍ਰਭੂ ਦੇ ਨਾਮ ਦੀ ਤਾਰੀਫ ਹੋਵੇ। ਔਰ ਇਹ ਤਲਵਾਰ ਸਿਰਫ ਸਾਡੇ ਤੱਕ ਹੀ ਸੀਮਿਤ ਨਹੀਂ ਰਹਿਣੀ, ਇਹ ਤਲਵਾਰ ਸਾਡੀਆਂ ਪੀੜ੍ਹੀਆਂ ਦੇ ਤੱਕ ਜਾਣੀ ਆ। ਪਰਮੇਸ਼ਰ ਦੇ ਵਚਨ ਦੇ ਵਿੱਚੋਂ ਇੱਕ ਆਪਾਂ ਵਚਨ ਪੜ੍ਹਦੇ ਹਾਂ, ਯਸ਼ਾਇਆ ਨਬੀ ਦੀ ਪੁਸਤਕ 59 ਅਧਿਆਏ ਉਸਦਾ 19 ਤੋਂ 21 ਵਚਨ ਤੱਕ ਮੈਂ ਪੜ੍ਹਦਾ ਹਾਂ। ਯਸ਼ਾਇਆ 59 ਅਧਿਆਏ ਉਸਦਾ 19 ਤੋਂ 21 ਵਚਨ। ਤਾਂ ਯਹੋਵਾ ਦੇ ਨਾਮ ਤੋਂ ਲੈਂਦਿਓ ਅਤੇ ਉਹਦੇ ਪ੍ਰਤਾਪ ਤੋਂ ਸੂਰਜ ਦੇ ਚੜ੍ਹਦਿਓਂ ਡਰਨਗੇ, ਕਿਉਂ ਜੋ ਹਾੜ ਵਾਲੀ ਨਦੀ ਵਾਂਗੂ ਆਵੇਗਾ, ਜਿਹਨੂੰ ਯਹੋਵਾ ਦਾ ਸਾਹ ਰੋੜਦਾ ਹੈ। ਇੱਕ ਛੁਟਕਾਰਾ ਦੇਣ ਵਾਲਾ ਸਿਓਨ ਲਈ ਅਤੇ ਯਾਕੂਬ ਵਿੱਚੋਂ ਅਪਰਾਧ ਤੋਂ ਹਟਾਉਣ ਵਾਲਿਆਂ ਲਈ ਆਵੇਗਾ। ਯਹੋਵਾ ਦਾ ਵਾਕ ਹੈ, ਮੇਰੀ ਵੱਲੋਂ ਯਹੋਵਾ ਆਖਦਾ ਹੈ, ਉਹਨਾਂ ਨਾਲ ਮੇਰਾ ਨੇਮ ਹੈ, ਮੇਰਾ ਆਤਮਾ ਜੋ ਤੇਰੇ ਉੱਤੇ ਹੈ, ਅਤੇ ਮੇਰੇ ਵਚਨ ਜੋ ਤੇਰੇ ਮੂੰਹ ਵਿੱਚ ਪਾਏ। ਪਰਮੇਸ਼ਰ ਦੇ ਵਚਨ ਜੋ ਸਾਡੇ ਮੂੰਹ ਦੇ ਵਿੱਚ ਪਾਏ ਜਾਂਦੇ ਆ, ਉਹ ਤਲਵਾਰ ਦੀ ਤਰ੍ਹਾਂ ਕੰਮ ਕਰਦੇ ਆ। ਅਤੇ ਮੇਰੇ ਵਚਨ ਜੋ ਤੇਰੇ ਮੂੰਹ ਵਿੱਚ ਪਾਏ, ਤੇਰੇ ਮੂੰਹ ਵਿੱਚੋਂ, ਤੇਰੀ ਅੰਸ਼ ਦੇ ਮੂੰਹ ਵਿੱਚੋਂ, ਸਗੋਂ ਤੇਰੀ ਅੰਸ਼ ਦੇ ਮੂੰਹ ਵਿੱਚੋਂ ਹੁਣ ਤੋਂ ਸਦੀਪ ਕਾਲ ਤੱਕ ਚਲੇ ਨਾ ਜਾਣ, ਯਹੋਵਾ ਆਖਦਾ ਆ। ਇਹ ਵਚਨ ਜੋ ਤੇਰੇ ਮੂੰਹ ਦੇ ਵਿੱਚ ਪਾਏ ਆ, ਇਹ ਤੇਰੀ ਅੰਸ਼ ਦੇ ਮੂੰਹ ਵਿੱਚੋਂ, ਅੰਸ਼ ਦੇ ਮੂੰਹ ਵਿੱਚੋਂ ਚਲੇ ਨਾ ਜਾਣ। ਇਹ ਜੋ ਪਰਮੇਸ਼ਰ ਦਾ ਵਚਨ ਸਾਡੇ ਲਈ ਤਲਵਾਰ ਆ, ਇਹ ਸਾਡੇ ਆਉਣ ਵਾਲੀ ਪੀੜ੍ਹੀ ਦੇ ਲਈ ਵੀ ਤਲਵਾਰ ਬਣਨਾ ਆ। ਪ੍ਰਭੂ ਦੇ ਨਾਮ ਦੀ ਤਾਰੀਫ ਹੋ। ਅਸੀਂ ਪਰਮੇਸ਼ਰ ਦੇ ਵਚਨ ਚੋਂ ਦੇਖ ਰਹੇ ਹਾਂ, ਪਰਮੇਸ਼ਰ ਦਾ ਵਚਨ ਤਲਵਾਰ ਆ। ਔਰ ਪ੍ਰਭੂ ਦਾ ਵਚਨ ਕਹਿੰਦਾ ਆ, ਆਲਸੀਆ ਮਨੁੱਖ ਜੋ ਆਪਣੀ ਤਲਵਾਰ ਨੂੰ ਲਹੂ ਵਹਾਉਣ ਤੋਂ ਰੋਕਦਾ ਆ। ਜੇਕਰ ਪਰਮੇਸ਼ਰ ਤੁਹਾਨੂੰ ਆਪਣਾ ਵਚਨ ਦਿੰਦਾ ਆ, ਆਪਣੇ ਵਚਨ ਦੇ ਦੁਆਰਾ ਪ੍ਰਕਾਸ਼ ਦਿੰਦਾ ਆ, ਤੋ ਕਦੇ ਵੀ ਮਨੁੱਖ ਦਾ ਮੂੰਹ ਵੇਖਦੇ ਨਹੀਂ ਰਹਿਣਾ, ਇਹ ਵਚਨ ਦੀ ਤਲਵਾਰ ਦੇ ਨਾਲ ਕੱਟਣਾ ਆ। ਪ੍ਰਭੂ ਯੀਸ਼ੂ ਨੇ ਆਖਿਆ, ਮੈਂ ਮੇਲ ਕਰਾਉਣ ਨਹੀਂ ਆਇਆ, ਮੈਂ ਤਲਵਾਰ ਚਲਾਉਣ ਦੇ ਲਈ ਆਇਆ ਆ। ਇਹ ਤਲਵਾਰ ਜਦੋਂ ਚੱਲਦੀ ਆ, ਇਹ ਆਪਣਾ ਕੰਮ ਕਰਦੀ ਆ। ਆਪਾਂ ਪੁਰਾਣੇ ਨਿਯਮ ਦੇ ਵਿੱਚ ਪੜ੍ਹਦੇ ਆ, ਜਦ ਮੂਸਾ ਪਹਾੜ ਤੇ ਗਿਆ ਤੇ ਇਸਰਾਏਲੀ ਲੋਕ ਇੰਤਜ਼ਾਰ ਕਰਦੇ ਸੀ, ਤਦ ਉਹ ਇਕੱਠੇ ਹੋ ਕੇ ਹਰੂਨ ਦੇ ਕੋਲ ਆਏ ਔਰ ਆਣ ਕੇ ਕਹਿੰਦੇ, ਸਾਨੂੰ ਨਹੀਂ ਪਤਾ ਮੂਸਾ ਕਿੱਥੇ ਚਲੇ ਗਿਆ, ਤੂੰ ਸਾਡੇ ਲਈ ਵੱਛੇ ਬਣਾ ਤਾਂ ਜੋ ਅਸੀਂ ਉਹਨਾਂ ਬੱਚਿਆਂ ਦੀ ਉਪਾਸਨਾ ਕਰੀਏ। ਤਦ ਇਸਰਾਏਲੀ ਲੋਕ ਹਰੂਨ ਦੇ ਕੋਲ ਆਏ ਔਰ ਆਣ ਕੇ ਕਹਿਣ ਲੱਗੇ, ਤੂੰ ਸਾਡੇ ਲਈ ਸੋਨੇ ਦੇ ਵੱਛੇ ਬਣਾ ਤਾਂ ਜੋ ਅਸੀਂ ਉਹਨਾਂ ਵੱਛਿਆਂ ਦੀ ਉਪਾਸਨਾ ਕਰੀਏ। ਔਰ ਤਦ ਹਰੂਨ ਨੇ ਉਹਨਾਂ ਦੇ ਲਈ ਵੱਛੇ ਬਣਾ ਦਿੱਤੇ, ਉਹ ਉਹਨਾਂ ਦੀ ਉਪਾਸਨਾ ਕਰਨ ਲੱਗੇ, ਉਹਨਾਂ ਦੇ ਅੱਗੇ ਨੱਚਣ ਲੱਗੇ। ਤਦ ਮੂਸਾ ਜਦ ਪਰਮੇਸ਼ਰ ਨਾਲ ਗੱਲਾਂ ਕਰ ਰਿਹਾ ਸੀ, ਤਦ ਪਰਮੇਸ਼ਰ ਨੇ ਮੂਸਾ ਨੂੰ ਆਖਿਆ, ਮੂਸਾ ਤੇਰੇ ਲੋਕ ਫਿਰ ਗਏ। ਮੂਸਾ ਉਤੋਂ ਵਾਪਸ ਆਇਆ, ਜਦੋਂ ਦੇਖਿਆ ਤਾਂ ਲੋਕ ਪਰਮੇਸ਼ਰ ਨੂੰ ਛੱਡ ਕੇ ਵੱਛਿਆਂ ਦੀ ਉਪਾਸਨਾ ਕਰ ਰਹੇ ਸੀ। ਤਦ ਮੂਸਾ ਨੇ ਆਖਿਆ, ਜੋ ਪਰਮੇਸ਼ਰ ਦੇ ਵੱਲ ਆ ਉਹ ਇੱਕ ਸਾਈਡ ਆ ਜਾਵੇ। ਤਦ ਸਭ ਤੋਂ ਪਹਿਲਾਂ ਲੇਵੀ ਗੋਤਰ ਨਿਕਲ ਕੇ ਅੱਗੇ ਆ ਗਏ ਔਰ ਮੂਸਾ ਨੇ ਉਹਨਾਂ ਨੂੰ ਆਖਿਆ, ਤਲਵਾਰ ਲੈ ਲਓ, ਭੈਣ ਨਹੀਂ ਦੇਖਣੀ, ਭਰਾ ਨਹੀਂ ਦੇਖਣਾ, ਜਿਸ ਨੇ ਵੀ ਪਰਮੇਸ਼ਰ ਦੇ ਵਚਨ ਦੇ ਵਿਰੋਧ ਕੰਮ ਕੀਤਾ ਆ, ਉਸ ਨੂੰ ਕੱਟ ਦਿਓ। ਤਦ ਲੇਵੀਆਂ ਨੇ ਤਲਵਾਰ ਲੈ ਕੇ ਕੱਟਣਾ ਸ਼ੁਰੂ ਕੀਤਾ। ਕਿੰਨੇ ਲੋਕ ਉਸ ਦਿਨ ਮਾਰੇ ਗਏ। ਲੇਵੀਆਂ ਨੇ ਸਰੀਰ ਦੇ ਰਿਸ਼ਤੇ ਨਹੀਂ ਦੇਖੇ, ਤਲਵਾਰ ਦੇ ਨਾਲ ਉਹਨਾਂ ਲੋਕਾਂ ਨੂੰ ਕੱਟਿਆ। ਪਰਮੇਸ਼ਰ ਬੋਲਦਾ ਆ, ਲੇਵੀ ਮੇਰੇ ਘਰ ਦੇ ਵਿੱਚ ਸੇਵਾ ਕਰਨਗੇ,
ਪਰਮੇਸ਼ਰ ਦੇ ਘਰ 'ਚ ਕੌਣ ਸੇਵਾ ਕਰ ਸਕਦਾ ਹੈ ਜਿਸ ਦੇ ਅੰਦਰ ਅਣਖਿਆ ਔਰ ਜੋ ਆਪਣੀ ਤਲਵਾਰ ਨੂੰ ਲਹੂ ਬਹਾਉਣ ਤੋਂ ਨਹੀਂ ਰੋਕਦਾ। ਪਰਮੇਸ਼ਰ ਦਾ ਵਚਨ ਇੱਕ ਤਲਵਾਰ ਦੀ ਤਰ੍ਹਾਂ ਕੰਮ ਕਰਦਾ ਹੈ ਔਰ ਇਹ ਵਚਨ ਜੀਵਨ ਦਿੰਦਾ ਹੈ। ਔਰ ਜਦੋਂ ਅਸੀਂ ਦੇਖਦੇ ਹਾਂ ਕਿੰਨਾ ਵਚਨ ਦੇ ਵਿਰੋਧ ਦੇ ਵਿੱਚ ਕੰਮ ਹੋ ਰਿਹਾ, ਰਿਸ਼ਤੇਦਾਰ ਨਾ ਦੇਖੋ, ਸਗੇ ਸੰਬੰਧੀ ਨਾ ਦੇਖੋ, ਜੇਕਰ ਪਰਮੇਸ਼ਰ ਨੇ ਤੁਹਾਨੂੰ ਸੱਚੇ ਵਚਨ ਦਾ ਪ੍ਰਕਾਸ਼ ਦਿੱਤਾ ਆ, ਇਸ ਵਚਨ ਦੀ ਤਲਵਾਰ ਲੈ ਕੇ ਕੱਟਣਾ ਸ਼ੁਰੂ ਕਰੋ। ਪਰਮੇਸ਼ਰ ਨੇ ਵਚਨ ਤੁਹਾਡੇ ਮੂੰਹ ਦੇ ਵਿੱਚ ਪਾਇਆ। ਆਈਏ ਆਪਣੀਆਂ ਅੱਖਾਂ ਨੂੰ ਬੰਦ ਕਰਦੇ ਹਾਂ ਔਰ ਇਹਨਾਂ ਵਚਨਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ। ਸਵਰਗੀ ਪਿਤਾ ਜੀ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਨੂੰ ਆਪਣੇ ਕਦਮਾਂ 'ਚ ਇਕੱਠੇ ਹੋ ਕੇ ਆਪਣਾ ਪਵਿੱਤਰ ਵਚਨ ਸਿੱਖਣ ਲਈ ਫਜ਼ਲ ਦਿੱਤਾ। ਤੇਰਾ ਵਚਨ ਸੱਚਾ ਆ, ਤੇਰਾ ਵਚਨ ਜਿਉਂਦਾ ਆ ਔਰ ਤੇਰਾ ਵਚਨ ਦੋ ਧਾਰੀ ਤਲਵਾਰ ਦੇ ਨਾਲੋਂ ਵੀ ਤਿੱਖਾ ਆ। ਪਿਤਾ, ਤੇਰਾ ਵਚਨ ਸੁਣਨ ਵਾਲੇ ਹਰ ਇੱਕ ਦੇ ਜੀਵਨ 'ਚ ਕੰਮ ਕਰੇ। ਬੇਨਤੀ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਸਭਨਾਂ ਨੂੰ ਜਮ ਸਿੱਖੀ। ਮਾਰਾਨਾਥਾ।